दिल्ली ਦੀਆਂ ਬਰੋਹਾਂ ਤੇ ਡਟੇ ਹੋਏ ਭੈਣ ਤੇ ਭਰਾਵੋ, ਤੁਹਾਡੇ ਮਨ ਦਾ ਸਵਾਲ ਹੋਣਾ ਹੈ ਕਿ 30 ਤਰੀਕ ਨੂੰ ਸਰਕਾਰ ਦੇ ਨਾਲ ਮੀਟਿੰਗ ਹੋਈ, ਉਸ ਮੀਟਿੰਗ ਦੇ ਵਿੱਚੋਂ ਕੀ ਨਿਕਲਿਆ। ਜਿੱਥੋਂ ਤੱਕ ਤਾਂ ਸਰਕਾਰ ਦਾ ਪ੍ਰਚਾਰ ਹੈ, ਉਹ ਅੰਕੜਿਆਂ 'ਚ ਗੱਲ ਕਰਦੇ ਆ ਵੀ 4 ਮੰਗਾਂ ਸੀਗੀਆਂ ਜੀ, ਅਸੀਂ 2 ਮੰਨ ਲਈਆਂ, ਜਿਹਦਾ ਮਤਲਬ ਕਹਿੰਦੇ ਵੀ ਅਸੀਂ 50% ਮੰਗਾਂ ਮੰਨ ਲਈਆਂ। ਜੇ ਇਹਨੂੰ ਆਪਣੇ ਹਿਸਾਬ ਨਾਲ ਦੇਖਣਾ ਹੋਵੇ, ਉਸ ਚੈਨਲਾਂ ਨੇ ਵੀ ਕਿਹਾ ਵੀ ਹਾਥੀ ਲੰਘ ਗਿਆ ਜੀ, ਪੂਛ ਰਹੇਗੀ। ਅਸੀਂ ਇਹਨੂੰ ਇਹ ਸਮਝਦੇ ਹਾਂ ਕਿ ਪੂਛ ਨੰਗੀ ਆ, ਹਾਥੀ ਸਾਰੇ ਦਾ ਸਾਰਾ ਰਹਿੰਦਾ, ਜਿਹਦਾ ਮਤਲਬ ਅੰਦੋਲਨ ਕਿਹੜੀਆਂ ਗੱਲਾਂ ਤੇ ਸ਼ੁਰੂ ਹੋਇਆ। ਅੰਦੋਲਨ ਹੋਇਆ ਕਿ ਜਿਹੜੇ ਖੇਤੀ ਦੇ 3 ਕਾਨੂੰਨ ਲਿਆਂਦੇ ਮੋਦੀ ਸਾਹਿਬ ਨੇ ਕਾਰਪੋਰੇਟ ਘਰਾਣਿਆਂ ਦਾ ਖੇਤੀ ਤੇ ਕਬਜ਼ਾ ਕਰਨ ਦੇ ਲਈ, ਇਹ ਸਾਰਿਆਂ ਨਾਲੋਂ ਵੱਡੀ ਗੱਲ। ਉਸ ਤੋਂ ਬਾਅਦ ਦੂਜਾ ਅਹਿਮ ਮੁੱਦਾ ਮੰਗਾਂ ਦਾ ਕਿ ਪੂਰੇ ਭਾਰਤ ਦੇ ਵਿੱਚ ਪੂਰੀ ਖੇਤੀ ਦੀ ਜਿਹੜੀ ਉਪਜ ਘੱਟੋ ਘੱਟ ਜਿਹੜੀ ਖਰੀਦ ਹੈ ਜਾਰੀ ਰਹੂਗੀ। ਇਹੀ ਜੀ ਖਰੀਦ ਸਾਡੇ ਲੋਕਾਂ ਨੇ ਕੀ ਰਗੜ ਕੇ ਫੋੜੇ ਤੇ ਲਾਉਣੀ ਹੈ, ਜਿਹਦਾ ਮਤਲਬ ਬਣਦਾ ਕਿ ਪੂਰੀ ਖੇਤੀ ਦੀਆਂ ਪੂਰੀਆਂ ਜਿਣਸ ਦਾ, ਪੂਰੀ ਪੈਦਾਵਾਰ ਦਾ ਸਾਰੀਆਂ ਦਾ ਰੇਟ ਵਧੇ। ਸਵਾਮੀਨਾਥਨ ਦੇ ਮੁਤਾਬਕ ਰੇਟ ਵੱਜ ਕੇ ਸਰਕਾਰ ਵੱਲੋਂ ਚੱਕਣ ਦੀ ਗਰੰਟੀ ਬਣੀ। ਇਹ ਕਹਿੰਦੇ ਅਸੀਂ ਵਪਾਰੀ ਲਿਆਉਣੇ ਆ। ਵਪਾਰੀਆਂ ਨੂੰ ਕੌਣ ਰੋਕਦਾ? ਪਹਿਲਾਂ ਕਿਹੜਾ ਵਪਾਰੀਆਂ ਦੇ ਸੰਗਲ ਪਾਏ ਸੀ। ਜੋ ਮਿਥਿਆ ਹੋਇਆ ਰੇਟ ਹੈ ਉਹ ਤੋਂ ਵੱਧ ਖਰੀਦ ਲੈਣ ਵਪਾਰੀ ਨਹੀਂ। ਕਹਿੰਦੇ ਮਿਥੇ ਰੇਟ ਤੇ ਨਹੀਂ ਵਪਾਰੀਆਂ ਨੂੰ ਦੇਣਾ। ਵਪਾਰੀਆਂ ਨੂੰ ਤਾਂ ਆਪਣੀ ਮਰਜ਼ੀ ਦੇ ਹਿਸਾਬ ਨਾਲ, ਜੇ ਝੋਨਾ 5300 ਦਾ ਰੇਟ ਮਿਥਿਆ ਉਹ 4500 ਨੂੰ ਖਰੀਦਣਾ। ਜੇ ਮੱਕੀ ਦਾ ਰੇਟ 1850 ਬਣਿਆ ਉਹ ਮੱਕੀ 600 ਨੂੰ ਖਰੀਦਣਾ। ਜਿਹਦਾ ਮਤਲਬ ਅਧਿਕਾਰ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੇ ਆ। ਇਹਦੇ ਨਾਲ ਹੀ ਅਧਿਕਾਰ ਉਹਨਾਂ ਨੂੰ ਇਹ ਦੇਣਾ ਚਾਹੁੰਦੇ ਆ ਕਿ ਇਹ ਅਨਾਜ ਪੂਰੇ ਦਾ ਕੁਝ ਨਹੀਂ ਕੀਤਾ ਹਜੇ ਤੱਕ, ਘੱਟੋ ਘੱਟ ਖਰੀਦ ਦਾ ਕੁਝ ਨਹੀਂ ਕੀਤਾ। ਉਦੋਂ ਆਹ ਜਨਤਕ ਵੰਡ ਪ੍ਰਣਾਲੀ ਉਹਦਾ ਕੁਝ ਨਹੀਂ ਕੀਤਾ ਤੇ ਬਕਵਾਸ ਕਰ ਰਹੇ ਹੈ। ਕਹਿੰਦੇ ਸੀ 50% ਮੰਗਾਂ ਮੰਨ ਲਈਆਂ ਤੇ ਹੁਣ 4 ਨੂੰ ਇਸ ਕਿਸਮ ਦਾ ਪ੍ਰਭਾਵ ਦੇ ਦੇ ਵੀ 4 ਨੂੰ ਤਾਂ ਗੱਲ ਨਿਬੜੀ ਜਾਣੀ ਹੈ। ਨਹੀਂ ਭਰਾਵੋ, 4 ਨੂੰ ਕੁਝ ਨਹੀਂ ਨਿਬੜਨਾ। ਜੇ ਪੂਰੀ ਤਰ੍ਹਾਂ ਇਹ ਕਾਨੂੰਨ ਵਾਪਸ ਨਹੀਂ ਹੁੰਦੇ, ਘੱਟੋ ਘੱਟ ਖਰੀਦ ਦਾ ਕੁਝ ਨਹੀਂ ਬਣਦਾ, MSP ਦਾ ਕੁਝ ਨਹੀਂ ਬਣਦਾ, ਜਨਤਕ ਵੰਡ ਪ੍ਰਣਾਲੀ ਦਾ ਕੁਝ ਨਹੀਂ ਬਣਦਾ, ਫਿਰ ਅਸੀਂ ਕੋਈ ਥੋੜੀਆਂ ਬਹੁਤੀਆਂ ਸੋਧਾਂ ਕਰਾ ਕੇ ਪਰਾਲੀ ਤੇ ਬਿਜਲੀ ਵਾਲੀ ਗੱਲ ਨੂੰ ਮਨਾ ਕੇ ਕਹੀਏ ਵੀ ਜਿੱਤ ਗਏ। ਇਹ ਭਰਾਵੋ ਕੋਈ ਜਿੱਤ ਨਹੀਂ ਬਣਦੀ। ਜ਼ੋਰ ਲੱਗਿਆ ਹੋਇਆ ਹੈ ਕੱਲੇ ਕੱਲੇ ਆਗੂ ਨੂੰ ਸੰਨ ਲਾਉਣ ਦੇ ਲਈ। ਜਿਹੜੀ ਪੰਜਾਬ ਸਰਕਾਰ ਕਹਿੰਦੀ ਹੈ ਵੀ ਇਸ ਤਾਂ ਲੋਕਾਂ ਦੇ ਨਾਲ ਹੈ, ਇਸ ਘੋਲ ਦੀ ਮਦਦ ਚ ਉਹਦੀ ਵੱਡੀ ਗਿਣਤੀ 'ਚ ਇੱਥੇ ਅਫਸਰਸ਼ਾਹੀ ਪਹੁੰਚੀ ਹੋਈ ਹੈ। ਸਾਡੇ ਮਗਰ ਲਗਾਤਾਰ ਧਾਰ ਦਿੰਦੀ ਹੈ ਵੀ ਉਹ ਭਾਈ ਜੇ ਲਾਇਸੈਂਸ ਦੇਣਾ ਉਹ ਵੀ ਉਹਨਾਂ ਨੂੰ ਹੋ ਜਾਏ, ਜੇ ਉਹ ਤੇ ਕੋਈ ਟੈਕਸ ਲਾਉਣਾ ਚਾਹੁੰਦਾ ਉਹ ਵੀ ਸਟੇਟਾਂ ਨੂੰ ਅਧਿਕਾਰ ਹੈ। ਤੇ ਆਪਾਂ ਪੰਜਾਬ ਵਾਲੇ ਆਪਾਂ ਤਾਂ ਫਿਰ ਇਹ ਉਹਨਾਂ ਨੂੰ ਖਰੀਦ ਦੀ ਜ਼ਿੰਮੇਵਾਰੀ ਦੇਵਾਂਗੇ ਨਹੀਂ। ਕਹਿੰਦੇ ਪਹਿਲਾਂ 17 ਚ ਕਾਨੂੰਨ ਬਣਾਇਆ, ਉਹ ਕਿਹੜਾ ਆਪਾਂ ਲਾਗੂ ਹੋਣ ਦਿੱਤਾ। ਜਦ ਇਹੋ ਜਿਹੀਆਂ ਗੱਲਾਂ ਤੇ ਉਹ ਲਾਏ ਹੋਏ ਆਗੂਆਂ ਦੇ ਮਗਰ 32 ਜਥੇਬੰਦੀਆਂ ਕੋਲੇ ਵੀ ਗਏ ਆ ਤੇ ਦੂਜੇ ਸਟੇਟਾਂ ਦੇ ਦੂਜਿਆਂ ਕੋਲੇ ਗਏ ਹੋਣਗੇ। ਜਦ ਇਹ ਘੋਲ ਨੂੰ ਕਿਵੇਂ ਫੇਲ ਕੀਤਾ ਜਾਵੇ, ਕਿਵੇਂ ਆਗੂਆਂ ਨੂੰ ਭੁਲਚਾਇਆ ਜਾਵੇ, ਇਸ ਕਿਸਮ ਤੇ ਏਡੀ ਚੋਟੀ ਦਾ ਜ਼ੋਰ ਲੱਗਿਆ ਸਰਕਾਰ ਦਾ। ਇਹਦੇ ਨਾਲ ਹੀ ਦੂਜਾ ਜ਼ੋਰ ਲੱਗਿਆ ਕਿ ਇਹਨੂੰ ਧਰਮਾਂ ਦੇ ਆਧਾਰ ਤੇ ਕਿਵੇਂ ਨਾ ਕਿਵੇਂ ਵੰਡ ਕੇ ਇਹ ਤੇ ਹਮਲਾ ਕੀਤਾ ਜਾਵੇ। ਜਦੋਂ ਤੋਂ ਪੰਜਾਬ ਤੋਂ ਚੱਲੇ ਆ ਹੁਣ ਪੂਰੇ ਭਾਰਤ ਦਾ ਘੋਲ ਹੈ। ਹਜੇ ਉਹ ਇਸ ਗੱਲ ਤੋਂ ਕਹਿਣੋਂ ਨਹੀਂ ਹਟੇ ਕਿ ਇਹਦੇ 'ਚ ਤਾਂ ਖਾਲਸਾਨੀ ਹੈ, ਇਹਦੇ 'ਚ ਤਾਂ ਨਕਸਲੀ ਹੈ, ਇਹ ਵਿਚੋਲੀਆਂ ਦਾ ਘੋਲ ਹੈ, ਇਹ ਪਾਰਟੀਆਂ ਦੇ ਭੜਕਾਏ, ਪਾਰਟੀਆਂ ਦਾ ਖੜੇ ਕੀਤੇ, ਗਮਰਾਹ ਕੀਤੇ ਲੋਕ ਆਏ ਹੋਏ ਹੈ। ਜਦ ਇਹ ਸਾਰਾ ਕੁਝ ਕਹਿ ਰਹੇ ਹੈ। ਹੁਣ ਇਹ ਸਰਕਾਰ ਸਾਡੇ ਭਰਾਵੋ ਲੋਕਾਂ ਦੀ ਨਹੀਂ। ਜਿਹੜਾ ਅਸੀਂ ਨਾਰਾ ਦਿੰਦੇ ਹਾਂ ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ। ਐਸ ਅੰਦੋਲਨ ਨੇ ਵੀ ਸਿੱਧ ਕਰਤਾ। ਤੁਹਾਨੂੰ ਸਾਰਿਆਂ ਨੂੰ ਪਤਾ ਭਰਾਵੋ, ਜਿੰਨਾ ਸਾਡੇ ਪਰਿਵਾਰਾਂ 'ਚ ਲਗਭਗ 50 ਲਾਸ਼ਾਂ ਜਾ ਬਣੀਆਂ, ਉਹਨਾਂ ਪਰਿਵਾਰਾਂ ਦੇ ਲਈ 2 ਸ਼ਬਦ ਹਮਦਰਦੀ ਦੇ ਨਹੀਂ ਨਾ ਕੋਈ। ਜੇ ਸਾਡੇ ਕੋਈ ਸ਼ਰੀਕਾਂ ਦੇ
ਇਹੀ जी मौत हो जाए, घटना हो जाए, नौजवान पुत मारिया जाए, ਅਸੀਂ ਕਹਿੰਦੇ ਸਾਡੀ लड़ाई ਅੱਡ। ਸਾਨੂੰ दुख ਹੁੰਦਾ ਸੀ हमदर्दी शब्द ਜਿਹੜਾ दुश्मन ਉਹਦੇ ਵਾਸਤੇ ਵੀ ਕਹਿੰਦੇ ਆ ਕਿ ਭਾਵੇਂ ਦੁਸ਼ਮਣਾ ਗੱਲ ਤਾਂ ਬਹੁਤ ਮਾੜੀ ਕਰੀ ਕੁਦਰਤ ਨੇ, ਤੇ ਇਹਨਾਂ ਵਾਸਤੇ ਦੋ ਸ਼ਬਦ ਨਹੀਂ ਸਰੇ। ਫਿਰ ਅਸੀਂ ਕਿਵੇਂ ਮੰਨ ਜੀਏ ਕਿ ਸਰਕਾਰਾਂ ਸਾਡੀਆਂ ਜੰਦੀ ਨੰਗੀ ਚਿੱਟੀ ਮੋਹਰ ਲਾਤੀ ਕਿ ਅਸੀਂ ਲੋਕਾਂ ਦੇ ਨਹੀਂ, ਅਸੀਂ ਰਵਾਨੀਆਂ ਦਵਾਨੀਆਂ ਦੇ ਆ, ਅਸੀਂ ਕਾਰਪੋਰੇਟ ਘਰਾਣਿਆਂ ਦੇ ਆ। ਉਹਨਾਂ ਨੂੰ ਸਾਰਾ ਕੁਝ ਸੰਭਾਲਤਾ। ਤੋਂ ਪਹਿਲਾਂ रेलवे पहला बार बार कहते सी भी ये लोगों का दारा सवाल ही नहीं पैदा होता, रेलवे प्राइवेट किवें करांगे। रेलवे प्राइवेट करती, एयरपोर्ट प्राइवेट करती, कोले दी खाना प्राइवेट करतियां। पहला कितना कुछ प्राइवेट कीता सी, हुण खेती ते अख है। कानून आउण तो पहला भी इन्होंने कीता है। तुहानूं याद होना है डंकन समझौते के तहत नवीं आर्थिक नीतियां के तहत ये भरावो 90 तो लगे है। कली भारतीय जनता पार्टी नहीं करनी है, ये देश की तरक्की होनी है। जबकि देश की तरक्की कह के चंद बंदियां की तरक्की होंदी है। इन्हां कुछ सालों के विच ही इन्हां वानिया दवानियां की 8 गुणा जिहड़ी है पैदावार वध चुकी है, आमदन वध गई है। ते तुहाडी कहण नूं कोई कानून लियाउणा, कोई फैसला करना, ये कहणगे लोकां ते मनुखता दे हित दा है। सानूं पूरे भारत नूं कहा भी अनाज दा तोड़ा हरा इनकलाब करने की लोड़ है। वो हरे इनकलाब का रंग तुहाडे सामने है। पैदावार वधी ते साडे घरां सत्तर विस गए। ਉਹਦੇ ਚ ਜਿੰਨਾ ਰੇਹ ਦਵਾਈਆਂ ਇਹਨਾਂ ਦੇ ਕਾਰਖਾਨਿਆਂ 'ਚ ਪੈਦਾ ਹੋਈਆਂ, ਖੇਤੀ 'ਚ ਪਵਾਈਆਂ। ਹੁਣ ਪਤਾ ਕੀ ਕਹਿੰਦੇ ਆ, ਕਿਸਾਨ ਦਾ ਜਿਹੜੀ ਕਣਕ ਹੈ ਤਾਂ ਜ਼ਹਿਰੀ ਜ਼ਹਿਰ ਹੈ। ਜ਼ਹਿਰ ਕਿਸਾਨਾਂ ਨੇ ਘਰੇ ਪੈਦਾ ਜਨਦੀ ਉਹਨਾਂ ਨੂੰ ਮੁਨਾਫਾ ਵੀ ਦਵਾਤਾ ਤੇ ਦੋਸ਼ੀ ਵੀ ਤੁਸੀਂ ਬਣਾਤੇ। ਆਹ ਭਰਾਵੋ ਹਾਲ ਹੈ ਇਹਨਾਂ ਦਾ। ਕਿੰਨੀਆਂ ਬਿਮਾਰੀਆਂ, ਕਿੰਨਾ ਕੁਛ ਹਰੇ ਇਨਕਲਾਬ ਨੇ ਲਿਆਂਦਾ ਹੈ। ਤੇ ਜਦੋਂ हरा इनकलाब लागू हुंदा सी, पानी भी मिलिया, बिजली की भी छोड़ मिली, सानू लगता सी बारे न्यारे होणगे, साडे कच्चे खोले कोई पक्के भी होण लगे। पर अज हालत कित्थे है? हुण सारा कुछ खो के उन्होंने देना चाहुंदे है। ते साडे भरा किसान कई बारी कह दिंदे भी सानू किसानां नूं ये मजदूर बनाउणा चाहुंदे है, सानू खेती च मजदूर बना के लेके जाणगे। किसी ने नहीं भरावो खेती च काम देना। तुहानू भुल जाओ। आ कंप्यूटर आया, जेड़े 1000 मुलाजम नूं काम मिलना सी पिन नाल काम करन दे लई, एक कंप्यूटर काम करदा, कंप्यूटर दे बैठे मुलाजम नूं 5000 दिंदे है महीने दा। नरमा जिहड़ा लगदा है भी ये तो औरतों तो बिना चुगे नहीं जाता, मर्दां बिना जां औरतों बिना चुगे नहीं जाता, इहनूं मशीनां चुगदियां। पंजाब दे विच ही शीलो प्लांट बनया इन्हां वानियां दा मोगे दे विच, जिहड़ा अपना घेरिया होया है। शायद मैं आंकड़ा दा भुल गया, जल्दी लखां बोरियां ਉਹਦੇ ਚ ਆਉਂਦੇ ਨੇ सिर्फ 10 मुलाजम है। ਹੁਣ ਲੱਖਾਂ ਬੋਰੀਆਂ ਨੂੰ 10 ਮੁਲਾਜ਼ਮ ਸਾਂਭ ਲੈਣਗੇ, ਜਿਹਦੇ ਵੱਲ ਸਾਰਾ ਕੰਮ ਮਸ਼ੀਨਰੀ ਕਰੀ ਜਾਂਦੀ ਹੈ ਤੇ ਇਹਨਾਂ ਨੇ ਕਰਨਾ ਹੈ। ਇਸ ਕਰਕੇ ਸਾਡੇ ਵਾਸਤੇ ਭਰਾਵੋ ਭੁੱਖੇ ਮਰਨ ਤੋਂ ਬਿਨਾ ਹੋਰ ਕੋਈ ਰਾਹ नहीं रह रहा। यह फैसला आप करना है भी भाई भुखे मरना कि गोलियां ना मर जाइए, क्योंकि दो राह बनाइए इन्होंने वास्ते। यह हालत पैदा करिए मोदी वास्ते कि जां उसकी ताकत वरत ले ते जां जिहड़े लोग आ मंगा कहते ना मंगण पूर्ण रूप च मान ले। ये तो बड़ा फैसला कर लिए कि नहीं जाना। साडे नाल मानसिक तौर पर पूरा पंजाब जुड़िया होया है, पूरा भारत जुड़िया, पूरी दुनिया जुड़ी हुई है मानसिक तौर पर। जो कहना होवे ਉਹਦਾ ਸਿੱਟਾ इत्थे किसी चीज फिकर लगता सी भी उत्थे चाह काली पीली मिलिया करू शायद। इन्ना दुध करदा तुसीं दुध च पत्ती पापा पीने हो। आ बदाम बचे पे आ तुहानूं सारिआं नूं वंडण तो बाद कदे सोचे नहीं सी शायद ही किते घरां च साडे बच्चों नूं असीं बदाम खवाए होण, जिही साडी हालत बनाई पई है। जबकि लोकां ने इस मोर्चे के लिए जो कुछ उन्होंने कोले से सारा अर्पण करने के लिए तैयार बैठे है।
ਤੇ ਇਹ ਸਵਾਲ ਹੁਣ ਭਾਈ ਜਿਹੜੇ ਅਸੀਂ ਬੈਠੇ ਆ ਸਾਡੇ ਤੇ ਹੈ, ਜਿਹੜਾ ਉਹਨਾਂ ਨੇ ਰੰਗ ਸਾਡੇ ਦੇ ਧਰਮਾਂ ਦਾ ਪਾਇਆ ਹੋਇਆ ਹੈ। ਜੇ ਇਸ ਅੰਦੋਲਨ 'ਚ ਅਸੀਂ ਮੁੜ ਧਰਮਾਂ ਦਾ ਰੰਗ ਗੂੜਾ ਕਰਾਂਗੇ, ਇਹਦਾ ਮਤਲਬ ਮੋਦੀ ਜਿੱਤ ਗਿਆ, ਅਸੀਂ ਹਾਰ ਗਏ। ਜੇ ਅਸੀਂ ਜਾਤਾਂ ਦਾ ਰੰਗ ਹੈ ਜਿਹੜਾ, ਪਿੰਡਾਂ ਦੇ ਵਿੱਚ 33% ਮਜ਼ਦੂਰ ਹੈ ਜਿਨ੍ਹਾਂ ਕੋਲ ਜ਼ਮੀਨ ਨਹੀਂ, ਇਹਨਾਂ ਦੀਆਂ ਨੀਤੀਆਂ ਨੇ 18% ਕਿਸਾਨ ਵਿਹਲੇ ਕਰਤੇ ਜ਼ਮੀਨ ਤੋਂ। ਜੰਗੀ ਪੂਰਾ ਅੱਧ ਪਿੰਡਾਂ ਦਾ ਜ਼ਮੀਨ ਤੋਂ ਵਾਂਝੇ ਹੋ ਗਏ ਭਰਾਵੋ। ਤੇ ਜਿਹੜੇ ਕਿਸਾਨ ਜ਼ਮੀਨ ਤੋਂ ਵਾਂਝੇ ਹੋਏ ਐ, ਕਿਉਂਕਿ ਜਿਹੜਾ ਸਾਡੇ ਜੱਟਵਾਦ ਚੋਂ ਫਸਿਆ ਹੋਇਆ ਵੀ ਮੈਂ ਤਾਂ ਜੱਟ ਹਾਂ, ਉਹਨੂੰ ਦਿਹਾੜੀ ਕਰਨੀ ਵੀ ਔਖੀ ਲੱਗਦੀ ਹੈ। ਸ਼ੁਰੂ ਚ ਤਾਂ ਸ਼ਹਿਰ 'ਚ ਜਾਂਦਾ ਹੈ, ਕੱਪੜੇ ਢੋਲੇ 'ਚ ਹੁੰਦੇ ਆ ਜਿਹੜੇ ਉੱਥੇ ਕੰਮ ਵਾਲੇ ਹੁੰਦੇ ਆ, ਹੌਲੀ ਆ ਕੇ ਪਿੰਡ ਵੀ ਦਿਹਾੜੀ ਕਰ ਲੈਂਦਾ, ਇੰਨੀ ਸ਼ਰਮ ਆਉਂਦਾ। ਇਹ 50% ਲੋਕਾਂ ਦੀ ਹਾਲਤ ਸਾਡੇ ਪਿੰਡਾਂ ਦੀ ਬਣਾਤੀ ਇਹਨਾਂ ਨੇ, ਹੁਣ ਸਾਰਿਆਂ ਦੀ ਬਣਾਉਣ ਨੂੰ ਫਿਰਦੇ ਆ। ਫੇਰ ਭਰਾਵੋ ਭੁੱਖੇ ਮਰਨੋਂ ਨਹੀਂ, ਤੰਗੀ 'ਚ ਮਰਨੋਂ, ਰੋਜ਼ ਦੀ ਰੋਜ਼ ਮਰਨੋਂ, ਇੱਕ ਦਿਨ ਮਰੇ ਚੰਗੇ ਨਹੀਂ। ਆਹ ਤਿਆਰੀ ਕਰਨ ਦੀ ਲੋੜ ਹੈ। ਤੇ ਇਹਦੇ ਨਾਲ ਜਿਹੜਾ ਜਾਬਤਾ ਹੈ, ਸਬਰ ਹੈ, ਇਹ ਵੀ ਤੁਹਾਡਾ ਪਰਖਿਆ ਜਾਣਾ ਹੈ। ਮਹੀਨੇ ਤੋਂ ਉੱਤੇ ਹੋ ਗਿਆ, ਜੇ ਮਹੀਨਾ ਹੋਰ ਬੈਠਣਾ ਪਵੇ, ਤੁਹਾਨੂੰ ਲੱਗੇ ਵੀ ਹੁਣ ਕਿੰਨਾ ਚਿਰ ਰਹਿ ਜਾਓ, ਪੈ ਜਾਓ ਸਰਕਾਰ ਨੂੰ। ਇਹ ਸਰਕਾਰ ਚਾਹੁੰਦੀ ਹੈ ਜੇ ਤੁਹਾਡੇ ਐ ਬੈਠਿਆ ਤੇ ਸਰਕਾਰ ਹਮਲਾ ਕਰੇ, ਫਿਰ ਅਸੀਂ ਰੱਖਿਆ ਤੋਂ ਆਪਦੇ ਮੂਹਰੋਂ ਜੋ ਕੁਛ ਵੀ ਉਹ ਵਰਤਾਂਗੇ। ਫਿਰ ਵੀ ਅਸੀਂ ਕਹਿੰਦੇ ਵੀ ਸਾਧਨਾ ਹੀ ਆ। ਜੇ ਸਾਡੇ ਕੋਲ ਸਿਰ ਪੜੀ ਜਾਂਦਾ ਹੈ, ਫਿਰ ਅਸੀਂ ਆਪਦੇ ਸਿਰ ਨੂੰ ਬਚਾਉਣ ਦੀ ਖਾਤਰ ਜੋ ਵੀ ਸਾਡੇ ਕੁਛ ਕੋਲੇ ਉਹ ਵਰਤਾਂਗੇ। ਇਹ ਹਾਲਤ ਸਰਕਾਰ ਲਈ ਪੈਦਾ ਕਰਨੀ ਹੈ ਕਿ ਸਰਕਾਰ ਆਪਦੀ ਤਾਕਤ ਸਾਥ ਵਿੱਚ ਬੈਠਿਆਂ ਤੇ ਵਰਤੇ। ਫਿਰ ਇਹ ਸਰਕਾਰ ਦਾ, ਇਸ ਪਾਰਟੀ ਦਾ ਬਚਦਾ ਕੁਛ ਨਹੀਂ। ਕਿਉਂਕਿ ਜਿਹੜਾ ਆਪਾਂ ਨੂੰ ਪੰਜਾਬ ਵਾਲਿਆਂ ਨੂੰ ਲੱਗਦਾ ਵੀ ਪੰਜਾਬ ਤਾਂ ਸਫਾਇਆ ਹੋ ਗਿਆ, ਅਸੀਂ ਸ਼ਹਿਰਾਂ ਦੇ ਵਿੱਚ ਜਿੱਡੀ ਵੱਡੀ ਸਪੋਰਟ ਮਿਲੀ ਪੰਜਾਬ ਬੰਦ ਦੇ ਵੇਲੇ, ਤੇ ਜਦੋਂ ਇਹਦਾ ਮੋਦੀ ਦਾ ਪੂਤਲਾ ਸਾੜਿਆ, ਸਾਮਰਾਜ ਦਾ ਪੂਤਲਾ ਸਾੜਿਆ, ਇਹਨਾਂ ਆਵਾਜ਼ਾਂ ਜਵਾਨੀਆਂ ਦੇ ਪੂਤਲੇ ਸਾੜੇ, ਉਹ ਦਿਓਕੰਦ ਬਣਾ ਕੇ ਉਹਦੇ ਸ਼ਹਿਰ ਵਾਲੇ ਉਹਨੇ ਨਹੀਂ ਆਏ। ਸ਼ਹਿਰ ਵਾਲੇ ਦੇ ਕੰਨ 'ਚ ਪਤਾ ਫੂਕ ਕੀ ਮਾਰੀ ਇਹਨਾਂ ਨੇ, ਕਹਿੰਦੇ ਜੇ ਇਹਨਾਂ ਦੀ ਤਾਕਤ ਵੱਧ ਗਈ, ਤੁਸੀਂ ਕਰਜ਼ਾ ਲੈਣਾ ਇਹਨਾਂ ਤੋਂ, ਇਹ ਕਰਜ਼ਾ ਕੁਰਜ਼ਾ ਨਹੀਂ ਦਿੰਦੇ ਤੁਹਾਨੂੰ। ਇਹ ਗੱਲ ਉਹਨਾਂ ਨੂੰ ਲੱਗਦੀ ਹੈ। ਜਿਹੜੇ ਹੁਣ ਛੋਟੇ ਦੁਕਾਨਦਾਰ ਹੈ, ਜੇ ਵੱਡੇ ਮਾਲ ਖੋਲ੍ਹਦੇ ਉਹਨਾਂ ਨੇ ਵਿਹਲੇ ਹੋਣਾ, ਪਰ ਜੇ ਪਿੰਡਾਂ ਦੇ ਸ਼ਹਿਰਾਂ ਦਾ ਨਾਰਾ ਦਿੱਤਾ ਜਾਂਦਾ ਹੈ, ਉਦੋਂ ਜੇ ਕਾਮਯਾਬ ਹੁੰਦੇ ਹੈ, ਫਿਰ ਆਪਣੇ ਘੋੜ ਨੂੰ ਢਾਹ ਲੱਗਦੀ ਹੈ। ਇਸ ਕਰਕੇ ਭਰਾਵੋ ਸ਼ਹਿਰਾਂ ਵਾਲੇ ਵੀ ਨਾਲ ਲੈਣੇ ਆ, ਕਿਉਂਕਿ ਇਹਨਾਂ ਕਾਨੂੰਨਾਂ ਨੇ ਸਾਰਿਆਂ ਦਾ ਨੁਕਸਾਨ ਕਰਨਾ ਹੈ। ਅੱਜ ਭੁਲੇਖੇ 'ਚ ਭਾਵੇਂ ਕੋਈ ਮੋਦੀ ਦੇ ਹੱਕ 'ਚ ਵੀ ਭੁਗਤੀ ਜਾਵੇ, ਇਥੋਂ ਖਾਲਸੇ ਨੇ ਕਿਹਾ ਜੀ ਮੈਂ ਮੋਦੀ ਦਾ ਧੰਨਵਾਦ ਕਰਦਾ। ਧੰਨਵਾਦ ਇਸ ਕਰਕੇ ਨਹੀਂ ਸੀ ਕਰਦਾ ਵੀ ਉਹਨੇ ਕਾਨੂੰਨ ਚੰਗੇ ਬਣਾਤੇ, ਧੰਨਵਾਦ ਇਸ ਕਰਕੇ ਕਰਦਾ ਸੀ ਕਿ ਅਸੀਂ ਆ ਸਾਰੇ ਖੇਤੀ ਕਰਨ ਵਾਲੇ ਲੋਕ ਜਾਤ ਵਾਲੀ ਗੱਲ ਤੋਂ ਉੱਤੇ ਉੱਠ ਕੇ, ਧਰਮ ਵਾਲੀ ਗੱਲ ਤੋਂ ਉੱਤੇ ਉੱਠ ਕੇ, ਪਾਰਟੀ ਵਾਲੀ ਗੱਲ ਤੋਂ ਉੱਤੇ ਉੱਠ ਕੇ ਆਪਾ ਪਾਲੀ ਬੈਠੇ ਆ। ਪੰਜਾਬ ਤੇ ਹਰਿਆਣੇ ਨੂੰ SYL ਦੇ ਪਾਣੀ ਵਾਲਾ ਜਿਹੜਾ ਮੁੱਦਾ ਹੈ, ਉਹਤੇ ਲੜਾਈ ਜਾਂਦੇ ਸੀ। ਹਰਿਆਣੇ ਤੇ ਸਾਨੂੰ ਲੱਗਦਾ ਸੀ ਵੀ ਹਾਂ ਪੰਜਾਬ ਵਾਲੇ ਪਾਣੀ ਨਹੀਂ ਦਿੰਦੇ, ਤੇ ਪੰਜਾਬ ਵਾਲਿਆਂ ਨੂੰ ਲੱਗਦਾ ਸੀ ਵੀ ਹਰਿਆਣੇ ਵਾਲੇ ਧੱਕੇ ਨਾਲ ਪਾਣੀ ਲਿਆਉਂਦੇ ਆ। ਹੁਣ ਸਾਡਾ ਕਿਸਾਨਾਂ ਦਾ ਨਹੀਂ ਰੌਲਾ, ਇਹ ਤਾਂ SYL ਨਹਿਰ ਦਾ ਮੁੱਦਾ ਖੜਾ ਕਰਕੇ, ਚੰਡੀਗੜ੍ਹ ਦਾ ਮੁੱਦਾ ਖੜਾ ਕਰਕੇ ਹਰਿਆਣੇ ਦੇ ਹਾਕਮ ਹਰਿਆਣੇ ਦੀ ਕੁਰਸੀ ਲੈਂਦੇ ਆ, ਪੰਜਾਬ ਦੇ ਹਾਕਮ ਪੰਜਾਬ ਦੀ ਕੁਰਸੀ ਲੈਂਦੇ ਆ। ਤੇ ਜਦੋਂ ਚੋਣਾਂ ਲੰਘੀਆਂ, ਉਦੋਂ ਨਾ ਪਾਣੀ ਦਾ ਮੁੱਦਾ ਰਹਿੰਦਾ, ਨਾ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਰਹਿੰਦਾ, ਨਾ ਚੰਡੀਗੜ੍ਹ ਦਾ ਮੁੱਦਾ ਰਹਿੰਦਾ। ਇਹ ਮੁੱਦਾ ਲੋਕਾਂ ਨੇ ਹੱਲ ਕਰਾਉਣਾ ਹੈ। ਪਾਣੀ ਦੀ ਲੋੜ ਆ ਹਰਿਆਣੇ ਨੂੰ ਵੀ, ਪਾਣੀ ਦੀ ਲੋੜ ਆ ਪੰਜਾਬ ਨੂੰ ਵੀ। ਹੱਲ ਕਿਵੇਂ ਹੋ? ਇਹ SYL ਨਿਕਲ ਜੇ, ਹਰਿਆਣੇ ਦਾ ਪਾਣੀ ਫਿਰ ਵੀ ਪੂਰਾ ਨਹੀਂ ਹੁੰਦਾ। SYL ਨਹੀਂ ਨਿਕਲੀ, ਹੁਣ ਪੰਜਾਬ ਦਾ ਪਾਣੀ ਪੂਰਾ ਹੈ। ਪੰਜਾਬ 'ਚ ਹੁਣ ਵੀ ਪਾਣੀ ਦੀ ਪੂਰੀ ਤਰ੍ਹਾਂ ਤੋਟ ਹੈ। ਫਿਰ ਇਹ ਹੱਲ ਕਿਵੇਂ ਹੋ? ਇਹ ਹੱਲ ਹੋਣਾ ਜਿਹੜਾ ਆਏ ਸਾਲ ਹੜ੍ਹ ਆਉਂਦੇ ਆ, ਮੀਂਹ ਦਾ ਪਾਣੀ ਹੈ, ਸਾਡੇ ਲੋਕਾਂ ਨੂੰ ਜਾਨੀ ਮਾਨੀ ਤੌਰ ਤੇ ਨੁਕਸਾਨ ਕਰਦਾ, ਫਸਲਾਂ ਉਜਾੜਦਾ ਹੈ। ਉਹ ਮੀਂਹ ਦੇ ਪਾਣੀ ਨੂੰ ਸਾਹਮਣਾ ਪੈਣਾ ਹੈ। ਇਹਨਾਂ ਦੀ ਨੀਤੀ ਮਾੜੀ ਹੈ, ਇਹਨਾਂ ਨੇ ਨਹੀਂ ਸਾਹਮਣਾ। ਤੁਹਾਡੇ ਥਵਾਕ ਦਾ ਗੋਡਾ ਕਿਸਾਨੀ ਦੇ ਤੌਰ ਤੇ, ਤੁਹਾਡਾ ਗੋਡਾ ਵੀ ਧੌਣ ਤੇ ਟਿਕਣਾ ਚਾਹੀਦਾ, ਜਿਵੇਂ ਅੱਜ ਧਰ ਰਹੇ ਹਾਂ।
फिर पानी का मसला हल हो जू, मीह वाला पानी सामया जाऊगा, हरियाणे का मसला भी हल हो, पंजाब का भी मसला हल हो, आ जो नहर से लड़ाते यदा मसला भी हल हो जू। इस करके ये लड़ाई जही जी हैगी, ये भरावो जे किते के आधार से लड़ांगे फिर सानू कोई नहीं हराउण वाला। जे लड़ाई किते तो इलावा होर गल्लां च बनण चो कामयाब हो गई, जां इत्थे आपदे कोई जड़ खरीद बंदे लिया के उन्हां तो कोई उही जी गड़बड़ कराउण च कामयाब हो गई, फिर भरावो एक घोड़ नूं सੱਟ ਵੱਜੂ। जिहदा मतलब यह जिम्मेवारी कल्ले आगुआं दी नहीं। जिन्ने तुसीं इस मोर्चे च पहुंचे हो, चाहे इस पंडाल च बैठे हो, ते तुहाडे नालों 5 गुणा हिस्सा वो ट्रालियां च बैठे भरा। साडियां भैणां भी बैठियां होणगीਆਂ, मैनूं नहीं लगदा भैणां पंजाब मुड़ गईਆਂ होणगीਆਂ। अज सानूं रस्सी उरे करनी पैगी, ਉਹਦੇ पूरियां भीड़ियां सी, ਉਹ रस्सी पिछे सी। ਜਿਹਦਾ मतलब उन्होंने सारिਆਂ ਨੂੰ ਲਿਆਉਣ ਦੀ ਜ਼ਿੰਮੇਵਾਰੀ ਵੀ ਤੁਹਾਡੀ ਬਣਦੀ ਹੈ। ਅਸੀਂ ਵੀ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਉਹਨਾਂ ਨੂੰ ਜੇ ਇੱਥੇ ਰੈਲੀ ਚੱਲਦੀ ਉਹਨਾਂ ਨੂੰ ਅੱਡ ਸਟੇਜ ਚੱਲਦੀ ਅੱਡ ਰੈਲੀਆਂ ਹੋਣ, ਵਾਲੀ ਮੀਟਿੰਗਾਂ ਹੋਣ, ਉਹਨਾਂ ਜਾ ਕੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਟਰਾਲੀਆਂ 'ਚ ਬੈਠੇ ਹੋ 10-10 20 ਤਾਂ ਸਿਰ ਤੇ ਜਾਉਂ ਪਏ ਹੋ, ਪਰ ਉੱਥੇ ਪੰਡਾਲ ਜਾਣ ਵੇਲੇ ਤੁਹਾਡਾ ਨੁਕਸਾਨ ਕੀ ਹੁੰਦਾ ਹੈ, ਤੇ ਜੇ ਪੰਡਾਲ 'ਚ ਆਵਣੋ ਤੁਹਾਡਾ ਫਾਇਦਾ ਕੀ ਹੋ ਜੂ। जे असी पूरिया स्टेटा जो चल के इत्थे आए हैं ये समझ के कि कानून साडे उल्ट है, फिर भाई इत्थों ट्रालियां च बैठ के इत्थे आउणा तां बाहली दूर नहीं है। जे कहना हो इधर नूं मैनूं लगदा 6-7 किलोमीटर का घेरा होना है, ते इधर बार्डर वाले पासे नूं भी जे कहना हो टिकरी बार्डर वाले पासे नूं इधर नूं भी 8-10 किलोमीटर का सानूं होना है। बहुत सारा हिस्सा इहदे पासे खिंडिया होया, पिंड बने हुए पे अड रोड तो पासे, उन्होंने बड़े हिस्से में लियाउण की लोड़ है। आ भरा मेरे दी ट्रालियां साडे राह वालियां ने लगियां, असीं मिन्नत बेनती कीती है। हुण तुसीं सोचो जिहड़े ट्रालियां लाई खड़े हो स्टेज ते आके देख लो, अध भरावां का साडा इधर बैठा है, यही अज जे सामने आ जाए स्टेज दे इहदी फोटो फिर सारी दुनिया च आवे, इहदा असर की पऊगा। हुण ये फोटो इकट्ठी नहीं हो सकती, इधरों खिच लो 10 भरा पासे रह गए, इधरों खिच लो 2 भरा पासे रह गए। जे असीं असर पाउणा सी सरकार ते दबाव बढ़ाउणा है, लोकां दी होर सपोर्ट लैनी है, ते जदों 20-25 हज़ार का इकट्ठ हुंदा उदों लखां दा लगदा हुंदा है, ते जदों लखां दा इकट्ठ है करोड़ां लगदा है। इस करके भरावो सारे ही इस इकट्ठ दे विच की लोड़ है साडी, किवें नूं सूत करिए, उहदे सारे योगदान पाइए। मैं बहुत धन्नवाद करदा जो इत्थे डगौंदी वाले भरा बैठे है, स्टेज तक राह वाले है, उन्होंने भी सहायता भेजती, मैं बहुत बहुत धन्नवाद करदा। उन्होंने भरावां नूं भी अपील करदा कि थां होर हैगा जिहड़ा 2 ट्रालियां पासे हो जाण, पूरा जिहड़ा पंडाल है जिहड़े लोकां नूं असीं होर भी लिआउणा चाहुंदे आ, पूरा 5वां पंडाल बनदा है, इहदी दिख वधनी है। हुण इदों महाली जिहड़ी गल है, बहुत सारे भरावां दी निगाह लगी है भी हुण 4 नूं मीटिंग है, ते 4 नूं मीटिंग दे विच शायद पराली चो इहदी मन्नी गई मंग बिजली वाली, शायद उत्ते कुछ मन्नी जाऊगी। नहीं भरावो ये आस ना लाओ, किहड़ी गल ते आस लाओ, आस लाओ उहदे अंदोलन ते, आस लाओ जिहड़े भरा तुहाडे नाल मानसिक तौर ते जुड़े उन्होंने इत्थे सੱਦਣ ते, उन्हां नूं सੱਦ लो, लग जे जिन्ना मर्जी समा। जे खेती उजड़दी है जमा उजड़ के कुछ बचदा नहीं, जे इत्थे साल 6 महीने लग जाणगे खेती बचा लेने आ, फिर भरावो साडे परिवार बच्चे बच रहे, उनका भविख बच रहा। ये अंदोलन जिहड़ियां 90 तो लैके नीतियां शुरू कीतियां, जे असीं मोदी नूं धक्क के अज उन्हां दे कारपोरेटां दे उल्ट फैसला करा लैने आ, इहदा मतलब 90 वालियां जिहड़ियां नीतियां ने साडे घरां सत्थर वसाए है, वो नीतियां नूं पुट्ठा गेड़ा आउणा है। आई नहीं भी हाँ जो मोदी कहना मनता नहीं, उन्होंने भी पता है कि जे कानून वापस ले ले, जिहड़ियां 90 तो लैके नीतियां शुरू कीतियां, उन्होंने नीतियां नूं पुट्ठा गिड़ाउणा शुरू होगा। एडा वड्डा मामला है, कल्ले कानून रहिंदियां जां रद्द हुंदे है, ये जिंदगी मौत का सवाल है, साडे वास्ते भी हाकमां वास्ते भी। इस करके किसी भी कीमत ते हाकमां की कोशिश है कि कानून वापस ना होण ते लोग निराश होकर जाण,
ਵੀ ਪੂਰੀ ਦੁਨੀਆ 'ਚੋਂ ਸਪੋਰਟ ਮਿਲੀ, ਸਾਰਾ ਭਾਰਤ ਦੇ ਲੋਕ ਇਕੱਠੇ ਹੋ ਗਏ, ਇਹਦਾ ਇਕੱਠਾ ਨਾਲ ਵੀ ਕੁਛ ਨਹੀਂ ਬਣਦਾ। ਆਹ ਨਿਰਾਸ਼ ਕਰਕੇ ਤੋੜਨਾ ਚਾਹੁੰਦੇ ਤੁਹਾਨੂੰ। ਇਸ ਕਰਕੇ ਭਰਾਵੋ ਅਸੀਂ ਚੜ੍ਹਦੀ ਕਲਾ 'ਚ ਜਾਣਾ ਹੈ। ਚੜ੍ਹਦੀ ਕਲਾ ਦੇ ਲਈ ਜਿਹੜੀਆਂ ਗੱਲਾਂ ਹੈ ਉਹਨਾਂ ਗੱਲਾਂ ਦਾ ਖਿਆਲ ਰੱਖੋ। ਸਾਡੀ ਸਟੇਜ ਤੋਂ ਨਾ ਜਾਤ ਵਾਲੀ, ਨਾ ਧਰਮ ਵਾਲੀ, ਨਾ ਪਾਰਟੀਆਂ ਵਾਲੀ, ਇਸ ਗੱਲ ਦੀ ਗੱਲ ਤੋਂ ਆਪਾਂ ਗਰੇਜ ਕਰੀਏ, ਕਿਉਂਕਿ ਇਹ ਅੰਦੋਲਨ ਪੂਰੇ ਭਾਰਤ ਦਾ ਹੈ ਤੇ ਖੇਤੀ ਪੂਰੇ ਭਾਰਤ ਦੇ ਵਿੱਚ ਸਾਰੀਆਂ ਜਾਤਾਂ, ਸਾਰੇ ਧਰਮ, ਸਾਰੇ ਪਾਰਟੀਆਂ ਨਾਲ ਜੁੜੇ ਹੋਏ ਖੇਤੀ ਕਰਦੇ ਆ। ਇਸ ਕਰਕੇ ਕਿੱਤੇ ਨੂੰ ਬਚਾਉਣਾ, ਕਿੱਤੇ ਦੀ ਗੱਲ ਹੋਵੇ ਇੱਥੋਂ ਫਿਰ ਇਹ ਗੱਲ ਸਹੀ ਦਿਸ਼ਾ 'ਚ ਜਾਂਦੀ ਹੈ। ਤੇ ਜੇ ਕਿੱਤੇ ਤੋਂ ਪਾਸੇ ਜਾਊਗੀ ਉਹਦਾ ਜਿੰਨਾ ਮਰਜ਼ੀ ਜਜ਼ਬਾਤ ਹੈ, ਜਿੰਨਾ ਮਰਜ਼ੀ ਉਹਦਾ ਚੀਜ਼ ਹੈ ਕਿ ਅੰਦੋਲਨ ਜਿੱਤੇ, ਐ ਨਹੀਂ ਵੀ ਉਹ ਬੇਈਮਾਨੀ ਚੋਂ ਕਹਿੰਦਾ, ਪਰ ਉਹ ਅਣਜਾਣੇ ਤੌਰ ਤੇ ਇਸ ਘੋੜ ਦਾ ਪਾਸੇ ਦੀ ਦਿਸ਼ਾ ਬਣਦੀ ਹੈ। ਇਸ ਕਰਕੇ ਮੈਂ ਲਾਸਟ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨੀ ਹੈ, ਭੈਣਾਂ ਨੂੰ ਅਪੀਲ ਕਰਨੀ ਹੈ ਕਿ ਜਿੰਨੇ ਸਾਡੇ ਬੈਠੇ ਅੱਡੂਡੀ ਟਰਾਲੀਆਂ 'ਚ ਤੁਸੀਂ ਵੀ ਜ਼ੋਰ ਲਾਓ, ਅਸੀਂ ਵੀ ਜ਼ੋਰ ਲਾਵਾਂਗੇ, ਉਹਨਾਂ ਸਾਰਿਆਂ ਨੂੰ ਪੰਡਾਲ 'ਚ ਲੈ ਕੇ ਆਈਏ। ਤੇ ਜਿਹੜਾ ਪੰਡਾਲ ਲਈ ਥੋੜਾ ਥਾਂ ਹੈ, ਠੀਕ ਹੈ ਭਰਾਵੋ, ਅਸੀਂ 5-10 ਜਣਿਆਂ ਨੇ ਇਕੱਠੇ ਹੋ ਕੇ ਕਹਿ ਲਿਆ, ਫਿਰ ਆਪਾਂ ਭਾਈ ਸਾਰੇ ਦੇ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਅਪੀਲ ਕਰ ਲਈਏ, ਉਹਨਾਂ ਮੂਹਰੇ ਹੱਥ ਬੰਨ੍ਹ ਲਈਏ, ਭਰਾ ਮੇਰੇ ਟਰਾਲੀ ਇੱਥੇ ਵੀ ਲੱਗੀ, ਇੱਥੇ ਵੀ ਲੱਗੀ। ਜੇ ਇਹਨੂੰ ਐਂ ਕਹਿਣਾ ਹੋਵੇ, ਮੰਨ ਲਓ ਜੇ 4 ਤਰੀਕ ਨੂੰ ਮੰਨ ਲਓ ਕਾਨੂੰਨ ਪਾਸ ਹੋ ਗਏ ਵੀ ਜਿੱਤ ਹੋ ਗਈ, ਫਿਰ ਤੁਸੀਂ ਟਰਾਲੀਆਂ ਹਲਿਆਉਂਦੇ ਨੇ ਇੱਥੋਂ ਬਾਹਰ, ਜਾਂ ਇਹ ਫੈਸਲਾ ਹੋ ਜੇ ਵੀ ਹੁਣ ਸਰਕਾਰ ਮੰਨਦੀ ਨਹੀਂ, ਸਰਕਾਰ ਨਾਲ ਦੋ ਹੱਥ ਕਰਨੇ, ਗਾਹਾਂ ਵਧਣਾ, ਫਿਰ ਤੁਸੀਂ ਟਰਾਲੀਆਂ ਚੋਂ ਨਿਕਲਦੇ ਨੇ, ਟਰਾਲੀਆਂ ਹਲਾਉਂਦੇ ਨਹੀਂ। ਜੇ ਟਰਾਲੀਆਂ ਨਹੀਂ ਹੋਣੀ, ਟਰਾਲੀਆਂ ਨਿਕਲਣੇ, ਦੋ ਹੱਥ ਕਿਵੇਂ ਹੋ ਜਾਣਗੇ ਸਰਕਾਰ ਨਾਲ? ਤੇ ਜੇ ਅਸੀਂ ਜਿੱਤ ਜਾਣੇ ਆ ਕਿ ਫਿਰ ਵੀ ਤੁਸੀਂ ਇੱਥੇ ਬੈਠੇ ਰਹੋਗੇ, ਪੱਕੇ ਘਰ ਵਸਾ ਲਿਆ ਹੈ, ਫਿਰ ਵੀ ਸਾਡੇ ਸਾਰਿਆਂ ਨੂੰ ਪਹਿਲਾਂ ਪੱਟੋਗੇ। ਇਸ ਕਰਕੇ ਭਰਾਵੋ ਜਿਹੜੀਆਂ ਲੋੜਾਂ ਹੈ, ਇਹਨਾਂ ਲੋੜਾਂ ਨੂੰ ਤੁਸੀਂ ਹੀ ਪੂਰੇ ਕਰਨਾ ਹੈ। ਲੋਕ ਹੀ ਸਾਰੇ ਕਾਸੇ ਦੇ ਸਮਰੱਥ ਹੁੰਦੇ ਹੈ। ਇਸੇ ਕਰਕੇ ਸਾਡਾ ਭਰੋਸਾ ਲੋਕਾਂ ਤੇ। ਮੈਦਾਨ ਦੇ ਵਿੱਚ ਲੋਕਾਂ ਨੇ ਨਹੀਂ ਹਾਰਨ ਦਿੱਤਾ। ਮੇਰੀ 70 ਸਾਲ ਦੀ ਉਮਰ ਹੋ ਚੱਲੀ ਤੇ ਭਰਾਵੋ ਮੇਜ਼ ਤੇ ਅਸੀਂ ਲੋਕਾਂ ਦੀ ਢੂਹੀ ਨਹੀਂ ਲੱਗਣ ਦਿੱਤੀ ਤੇ ਤੁਹਾਨੂੰ ਭਰੋਸਾ ਦਿੰਦੇ ਹਾਂ ਗਾਹਾਂ ਵੀ ਤੁਹਾਡੀ ਮੇਜ਼ ਤੇ ਢੂਹੀ ਨਹੀਂ ਲੱਗਣ ਦੇਵਾਂਗੇ। ਇਹਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।